ਓਮ ਸ਼ਾਂਤੀ। ਅੱਜ ਸੁਣਦੇ ਹਾਂ 9 ਨਵੰਬਰ ਦੇ ਬਾਬਾ ਦੇ ਸਾਕਾਰਮਾ ਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਤੁਹਾਡਾ ਇਹ ਟਾਈਮ ਬਹੁਤ ਵੈਲਿਊਬਲ ਹੈ, ਇਸ ਲਈ ਇਸ ਨੂੰ ਵਿਅਰਥ ਨਾ ਗਵਾਓ। ਪਾਤਰ ਨੂੰ ਵੇਖ ਕੇ ਗਿਆਨਦਾਨ ਕਰੋ। ਪ੍ਰਸ਼ਨ ਹੈ, ਗੁਣਾਂ ਦੀ ਧਾਰਨਾ ਵੀ ਹੁੰਦੀ ਜਾਵੇ, ਚਲਨ ਵੀ ਸੁਧਰਦੀ ਰਵੇ, ਉਸ ਦੀ ਸਹਿਜ ਵਿਧੀ ਕੀ ਹੈ? ਉੱਤਰ, ਜੋ ਬਾਬਾ ਨੇ ਸਮਝਾਇਆ ਉਹ ਦੂਜਿਆਂ ਨੂੰ ਸਮਝਾਓ। ਗਿਆਨਦਾਨ ਦਾ ਦਾਨ ਕਰੋ ਤਾਂ ਗੁਣਾਂ ਦੀ ਧਾਰਨਾ ਵੀ ਸਹਿਜ ਹੁੰਦੀ ਜਾਵੇਗੀ, ਚਲਨ ਵੀ ਸੁਧਰਦੀ ਰਹੇਗੀ। ਜਿਨ੍ਹਾਂ ਦੀ ਬੁੱਧੀ ਵਿੱਚ ਇਹ ਨੌਲੇਜ ਰਹਿੰਦੀ ਹੈ, ਗਿਆਨਦਾਨ ਦਾ ਦਾਨ ਨਹੀਂ ਕਰਦੇ, ਉਹ ਨੇ ਮਨਹੂਸ, ਉਹ ਮੁਫਤ ਆਪਣੇ ਆਪ ਨੂੰ ਘਾਟਾ ਪਾਉਂਦੇ ਨੇ। ਗੀਤ ਹੈ, ਬਚਪਨ ਦੇ ਦਿਲ ਭੁਲਾ ਨਾ ਦੇਣਾ। ਓਮ ਸ਼ਾਂਤੀ। ਮਿੱਠੇ ਮਿੱਠੇ ਬੱਚਿਆਂ ਨੇ ਗੀਤ ਸੁਣਿਆ, ਅਰਥ ਤਾਂ ਚੰਗੀ ਤਰ੍ਹਾਂ ਸਮਝਿਆ। ਅਸੀਂ ਆਤਮਾ ਹਾਂ, ਬੇਹੱਦ ਬਾਪ ਦੇ ਬੱਚੇ ਹਾਂ, ਇਹ ਭੁਲਾ ਨਾ ਦਿਓ। ਹੁਣੇ ਹੁਣੇ ਬਾਪ ਦੀਆਂ ਯਾਦਾਂ ਵਿੱਚ ਹਰਸ਼ਿਤ ਹੁੰਦੇ ਨੇ, ਹੁਣੇ ਹੁਣੇ ਫਿਰ ਯਾਦ ਭੁੱਲ ਜਾਣ ਨਾਲ ਗਮ ਵਿੱਚ ਪੈ ਜਾਂਦੇ ਹੋ। ਹੁਣੇ ਹੁਣੇ ਜਿਉਂਦੇ ਹੋ, ਹੁਣੇ ਹੁਣੇ ਮਰ ਜਾਂਦੇ ਹੋ। ਮਤਲਬ ਹੁਣੇ ਹੁਣੇ ਬੇਹੱਦ ਦੇ ਬਾਪ ਦੇ ਬੰਦੇ ਹੋ, ਹੁਣੇ ਹੁਣੇ ਫਿਰ ਜਿਸਮਾਨੀ ਪਰਿਵਾਰ ਵੱਲ ਚਲੇ ਜਾਂਦੇ ਹੋ। ਤਾਂ ਬਾਪ ਕਹਿੰਦੇ ਨੇ, ਅੱਜ ਹੱਸੇ ਕੱਲ ਰੋ ਨਾ ਦੇਣਾ। ਇਹ ਹੋਇਆ ਗੀਤ ਦਾ ਅਰਥ। ਤੁਸੀਂ ਬੱਚੇ ਜਾਣਦੇ ਹੋ, ਬਹੁਤ ਕਰਕੇ ਮਨੁੱਖ ਸ਼ਾਂਤੀ ਦੇ ਲਈ ਹੀ ਧੱਕੇ ਖਾਂਦੇ ਨੇ, ਤੀਰਥ ਯਾਤਰਾ ਤੇ ਜਾਂਦੇ ਨੇ। ਐਵੇਂ ਨਹੀਂ ਕਿ ਧੱਕਾ ਖਾਣ ਨਾਲ ਕੋਈ ਸ਼ਾਂਤੀ ਮਿਲ ਜਾਂਦੀ ਹੈ। ਇਹ ਸੰਗਮ ਯੁੱਗ ਹੈ, ਜਦੋਂ ਬਾਪ ਆ ਕੇ ਸਮਝਾਉਂਦੇ ਨੇ ਕਿ ਪਹਿਲੇ ਤਾਂ ਆਪਣੇ ਆਪ ਨੂੰ ਪਛਾਣੋ। ਆਤਮਾ ਹੈ ਹੀ ਸ਼ਾਂਤ ਸਰੂਪ, ਰਹਿਣ ਦੀ ਜਗ੍ਹਾ ਵੀ ਸ਼ਾਂਤੀ ਧਾਮ ਹੈ। ਇੱਥੇ ਆਂਦੀ ਹੈ, ਕਰਮ ਜ਼ਰੂਰ ਕਰਨਾ ਪੈਂਦਾ ਹੈ। ਜਦੋਂ ਆਪਣੇ ਸ਼ਾਂਤੀ ਧਾਮ ਵਿੱਚ ਹਾਂ ਤਾਂ ਸ਼ਾਂਤ ਹਾਂ। ਸਤਯੁਗ ਵਿੱਚ ਵੀ ਸ਼ਾਂਤੀ ਰਹਿੰਦੀ ਹੈ, ਸੁਖ ਵੀ ਹੈ, ਸ਼ਾਂਤੀ ਵੀ ਹੈ। ਸ਼ਾਂਤੀ ਧਾਮ ਨੂੰ ਸੁਖ ਧਾਮ ਨਹੀਂ ਕਹਾਂਗੇ। ਜਿੱਥੇ ਸੁਖ ਹੈ ਉਸ ਨੂੰ ਸੁਖ ਧਾਮ, ਜਿੱਥੇ ਦੁੱਖ ਹੈ ਉਸ ਨੂੰ ਦੁੱਖ ਧਾਮ ਕਹਾਂਗੇ। ਇਹ ਸਭ ਗੱਲਾਂ ਤੁਸੀਂ ਸਮਝ ਰਹੇ ਹੋ। ਇਹ ਸਭ ਸਮਝਾਉਣ ਦੇ ਲਈ ਕਿਸੇ ਨੂੰ ਸਨਮੁਖ ਸਮਝਾਇਆ ਜਾਂਦਾ ਹੈ। ਪ੍ਰਦਰਸ਼ਨੀ ਵਿੱਚ ਜਦੋਂ ਅੰਦਰ ਵੜਦੇ ਹੋ ਤਾਂ ਪਹਿਲੇ ਬਾਪ ਦਾ ਪਰਿਚੈ ਦੇਣਾ ਚਾਹੀਦਾ ਹੈ। ਸਮਝਾਇਆ ਜਾਂਦਾ ਹੈ, ਆਤਮਾਵਾਂ ਦਾ ਬਾਪ ਇੱਕ ਹੀ ਹੈ, ਉਹੀ ਗੀਤਾ ਦਾ ਭਗਵਾਨ ਹੈ। ਬਾਕੀ ਇਹ ਸਭ ਆਤਮਾਵਾਂ ਨੇ। ਆਤਮਾ ਸਰੀਰ ਛੱਡਦੀ ਹੈ ਤੇ ਲੈਂਦੀ ਹੈ, ਸਰੀਰ ਦੇ ਨਾਂ ਹੀ ਬਦਲਦੇ ਰਹਿੰਦੇ ਨੇ, ਆਤਮਾ ਦਾ ਨਾਂ ਨਹੀਂ ਬਦਲਦਾ। ਤੁਸੀਂ ਬੱਚੇ ਇਹ ਸਮਝਾ ਸਕਦੇ ਹੋ ਕਿ ਬੇਹੱਦ ਦੇ ਬਾਪ ਤੋਂ ਸੁੱਖ ਦਾ ਵਰਸਾ ਮਿਲਦਾ ਹੈ। ਬਾਪ ਸੁੱਖ ਦੀ ਸ੍ਰਿਸ਼ਟੀ ਸਥਾਪਨ ਕਰਦੇ ਨੇ, ਬਾਪ ਦੁੱਖ ਦੀ ਸ੍ਰਿਸ਼ਟੀ ਰਚੇ। ਐਵੇਂ ਨਹੀਂ ਹੁੰਦਾ। ਭਾਰਤ ਵਿੱਚ ਲਕਸ਼ਮੀ ਨਾਰਾਇਣ ਦਾ ਰਾਜ ਸੀ ਨਾ, ਚਿੱਤਰ ਵੀ ਹੈ। ਬੋਲੋ, ਇਹ ਸੁੱਖ ਦਾ ਵਰਸਾ ਮਿਲਦਾ ਹੈ। ਜੇਕਰ ਕਹਿਣ ਇਹ ਤਾਂ ਤੁਹਾਡੀ ਕਲਪਨਾ ਹੈ ਤਾਂ ਇੱਕਦਮ ਛੱਡ ਦੇਣਾ ਚਾਹੀਦਾ ਹੈ। ਕਲਪਨਾ ਸਮਝਣ ਵਾਲਾ ਕੁਝ ਵੀ ਸਮਝੇਗਾ ਨਹੀਂ। ਤੁਹਾਡਾ ਟਾਈਮ ਤਾਂ ਬਹੁਤ ਵੈਲਿਊਬਲ ਹੈ। ਇਹ ਸਾਰੀ ਦੁਨੀਆ ਵਿੱਚ ਤੁਹਾਡੇ ਜਿੰਨਾ ਵੈਲਿਊਬਲ ਟਾਈਮ ਕਿਸੇ ਦਾ ਨਹੀਂ ਹੈ। ਵੱਡੇ ਮਨੁੱਖਾਂ ਦਾ ਟਾਈਮ ਵੈਲਿਊਬਲ ਹੁੰਦਾ ਹੈ। ਬਾਪ ਦਾ ਟਾਈਮ ਕਿੰਨਾ ਵੈਲਿਊਬਲ ਹੈ। ਬਾਪ ਸਮਝਾ ਕੇ ਤੁਹਾਨੂੰ ਕੀ ਤੋਂ ਕੀ ਬਣਾ ਦਿੰਦੇ ਨੇ। ਬਾਪ ਤੁਹਾਨੂੰ ਬੱਚਿਆਂ ਨੂੰ ਕਹਿੰਦੇ ਨੇ, ਆਪਣਾ ਵੈਲਿਊਬਲ ਟਾਈਮ ਵੇਸਟ ਨਾ ਕਰੋ। ਨਾਲੇਜ ਪਾਤਰ ਨੂੰ ਹੀ ਦੇਣੀ ਹੈ, ਪਾਤਰ ਨੂੰ ਹੀ ਸਮਝਾਉਣਾ ਚਾਹੀਦਾ ਹੈ। ਸਭ ਬੱਚੇ ਤਾਂ ਸਮਝ ਨਹੀਂ ਸਕਦੇ, ਐਨੀ ਬੁੱਧੀ ਨਹੀਂ ਜੋ ਸਮਝਣ। ਪਹਿਲੇ ਤਾਂ ਬਾਪ ਦਾ ਪਰਿਚੈ ਦੇਣਾ ਹੈ। ਜਦੋਂ ਤੱਕ ਇਹ ਨਹੀਂ ਸਮਝਦੇ ਕਿ ਅਸੀਂ ਆਤਮਾ ਹਾਂ, ਸਾਡਾ ਬਾਪ ਸ਼ਿਵ ਹੈ, ਤਾਂ ਅੱਗੋਂ ਕੁਝ ਵੀ ਸਮਝ ਨਹੀਂ ਸਕਣਗੇ। ਬਹੁਤ ਪਿਆਰ ਨਾਲ, ਨਿਮਰਤਾ ਨਾਲ ਸਮਝਾ ਕੇ ਵਾਪਿਸ ਕਰ ਦੇਣਾ ਚਾਹੀਦਾ ਹੈ, ਕਿਉਂਕਿ ਆਸਰੀ ਸੰਪਰਦਾਇ ਝਗੜਾ ਕਰਨ ਵਿੱਚ ਦੇਰ ਨਹੀਂ ਕਰਨਗੇ। ਗਵਰਨਮੈਂਟ ਸਟੂਡੈਂਟ ਦੀ ਕਿੰਨੀ ਮਹਿਮਾ ਕਰਦੀ ਹੈ, ਉਹਨਾਂ ਦੇ ਲਈ ਕਿੰਨੇ ਪ੍ਰਬੰਧ ਰੱਖਦੀ ਹੈ। ਕਾਲਜ ਦੇ ਸਟੂਡੈਂਟ ਦੀ ਪਹਿਲੇ ਪੱਥਰ ਮਾਰਨਾ ਸ਼ੁਰੂ ਕਰਦੇ ਨੇ। ਜੋਸ਼ ਹੁੰਦਾ ਹੈ ਨਾ। ਬੁੱਢੇ ਜਾਂ ਮਾਤਾਵਾਂ ਤਾਂ ਪੱਥਰ ਐਨੇ ਜ਼ੋਰ ਨਾਲ ਮਾਰ ਨਾ ਸਕਣ। ਅਕਸਰ ਕਰਕੇ ਸਟੂਡੈਂਟਸ ਦਾ ਹੀ ਸ਼ੋਰ ਹੁੰਦਾ ਹੈ, ਉਹਨਾਂ ਨੂੰ ਹੀ ਲੜਾਈ ਦੇ ਲਈ ਤਿਆਰ ਕਰਦੇ ਰਹਿੰਦੇ ਨੇ। ਹੁਣ ਬਾਪ ਆਤਮਾਵਾਂ ਨੂੰ ਸਮਝਾਉਂਦੇ ਨੇ, ਤੁਸੀਂ ਉਲਟੇ ਬਣ ਗਏ ਹੋ। ਆਪਣੇ ਆਪ ਨੂੰ ਆਤਮਾ ਦੇ ਬਦਲੇ ਸਰੀਰ ਸਮਝ ਲੈਂਦੇ ਹੋ। ਹੁਣ ਬਾਪ ਤੁਹਾਨੂੰ ਸਿੱਧ ਕਰ ਰਹੇ ਨੇ। ਕਿੰਨਾ ਰਾਤ ਦਿਨ ਦਾ ਫਰਕ ਹੋ ਜਾਂਦਾ ਹੈ।
ਸਿੱਧਾ ਹੋਣ ਦੇ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਹੁਣ ਤੁਸੀਂ ਸਮਝਦੇ ਹੋ ਅਸੀਂ ਅੱਧਾ ਕਲਪ ਉਲਟੇ ਸੀ। ਹੁਣ ਬਾਪ ਅੱਧਾ ਕਲਪ ਦੇ ਲਈ ਸੁਲਟਾ ਬਣਾਉਂਦੇ ਨੇ। ਅੱਲਾ ਦੇ ਬੱਚੇ ਹੋ ਜਾਂਦੇ ਹੋ ਤਾਂ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਮਿਲਦਾ ਹੈ। ਰਾਵਣ ਉਲਟਾ ਕਰ ਦਿੰਦੇ, ਕਲਾ ਕਾਇਆ ਝੱਟ ਹੋ ਜਾਂਦੀ, ਫਿਰ ਡਿੱਗਦੇ ਹੀ ਰਹਿੰਦੇ। ਰਾਮ ਰਾਜ ਤੇ ਰਾਵਣ ਰਾਜ ਨੂੰ ਤੁਸੀਂ ਬੱਚੇ ਜਾਣਦੇ ਹੋ। ਤੁਹਾਨੂੰ ਬਾਪ ਦੀ ਯਾਦ ਵਿੱਚ ਰਹਿਣਾ ਹੈ, ਭਾਵੇਂ ਸਰੀਰ ਨਿਰਵਾਹ ਅਰਥ ਕੰਮ ਵੀ ਕਰਨਾ ਹੈ। ਫਿਰ ਵੀ ਸਮੇਂ ਤਾਂ ਬਹੁਤ ਮਿਲਦਾ ਹੈ ਨਾ। ਕੋਈ ਜਿਗਿਆਸੂ ਆਦਿ ਨਹੀਂ, ਕੰਮ ਨਹੀਂ ਤਾਂ ਬਾਪ ਦੀ ਯਾਦ ਵਿੱਚ ਬੈਠ ਜਾਣਾ ਚਾਹੀਦਾ ਹੈ। ਉਹ ਤਾਂ ਹੈ ਅਲਪ ਕਾਲ ਦੇ ਲਈ ਕਮਾਈ, ਤੁਹਾਡੀ ਹੈ ਸਦਾ ਕਾਲ ਦੇ ਲਈ ਕਮਾਈ। ਇਸ ਵਿੱਚ ਅਟੈਂਸ਼ਨ ਜ਼ਿਆਦਾ ਦੇਣਾ ਪੈਂਦਾ ਹੈ। ਮਾਇਆ ਘੜੀ ਘੜੀ ਹੋਰ ਪਾਸੇ ਖਿਆਲਾਤ ਨੂੰ ਲੈ ਜਾਂਦੀ ਹੈ। ਇਹ ਤਾਂ ਹੋਵੇਗਾ ਹੀ, ਮਾਇਆ ਭੁਲਾਉਂਦੀ ਰਹੇਗੀ। ਇਸ ਤੇ ਇੱਕ ਨਾਟਕ ਵੀ ਵਿਖਾਉਂਦੇ ਨੇ ਕਿ ਪਰਮਾਤਮਾ ਐਵੇਂ ਕਹਿੰਦੇ, ਮਾਇਆ ਕਿਵੇਂ ਕਹਿੰਦੀ। ਬਾਪ ਬੱਚਿਆਂ ਨੂੰ ਸਮਝਾਉਂਦੇ ਨੇ, ਬੱਚੇ ਮਮੇਕਮ ਯਾਦ ਕਰੋ। ਇਸ ਵਿੱਚ ਹੀ ਵਿਗਣ ਪੈਂਦੇ ਨੇ, ਹੋਰ ਕਿਸੇ ਗੱਲ ਵਿੱਚ ਐਨੇ ਵਿਗਣ ਨਹੀਂ ਪੈਂਦੇ। ਪਵਿੱਤਰਤਾ ਤੇ ਕਿੰਨੀ ਮਾਰ ਖਾਂਦੇ ਨੇ। ਭਾਗਵਤ ਆਦਿ ਵਿੱਚ ਇਸ ਸਮੇਂ ਦਾ ਗਾਇਨ ਹੈ। ਪੂਤਨਾਵਾਂ ਸਰੂਪ ਨਖਾਵਾਂ ਵੀ ਹਨ। ਇਹ ਸਭ ਇਸ ਵਕਤ ਦੀਆਂ ਗੱਲਾਂ ਨੇ ਜਦੋਂ ਬਾਪ ਆ ਕੇ ਪਵਿੱਤਰ ਬਣਾਉਂਦੇ ਨੇ। ਉਤਸਵ ਆਦਿ ਜੋ ਵੀ ਮਨਾਉਂਦੇ ਨੇ, ਜੋ ਪਾਸਟ ਹੋ ਗਿਆ ਉਸ ਦਾ ਫਿਰ ਤਿਉਹਾਰ ਮਨਾਉਂਦੇ ਨੇ। ਪਾਸਟ ਦੀ ਮਹਿਮਾ ਕਰਦੇ ਆਏ ਨੇ, ਰਾਮ ਰਾਜ ਦੀ ਮਹਿਮਾ ਗਾਉਂਦੇ ਆਏ, ਕਿਉਂਕਿ ਪਾਸਟ ਹੋ ਗਿਆ ਨਾ। ਜਿਵੇਂ ਕ੍ਰਾਈਸਟ ਆਦਿ ਆਏ, ਧਰਮ ਸਥਾਪਨ ਕਰਕੇ ਗਏ, ਤਿਥੀ ਤਾਰੀਖ ਵੀ ਲਿਖ ਦਿੰਦੇ ਨੇ, ਫਿਰ ਉਹਨਾਂ ਦਾ ਬਰਥਡੇ ਮਨਾਉਂਦੇ ਨੇ। ਭਗਤੀ ਮਾਰਗ ਵਿੱਚ ਇਹ ਧੰਦਾ ਅੱਧਾ ਕਲਪ ਚੱਲਦਾ ਹੈ। ਸਤਯੁਗ ਵਿੱਚ ਇਹ ਹੁੰਦਾ ਨਹੀਂ। ਇਹ ਦੁਨੀਆ ਹੀ ਖਤਮ ਹੋ ਜਾਣੀ ਹੈ। ਇਹ ਗੱਲਾਂ ਤੁਹਾਡੇ ਵਿੱਚ ਬਹੁਤ ਘੱਟ ਨੇ ਜੋ ਸਮਝਦੇ ਨੇ। ਬਾਬਾ ਨੇ ਸਮਝਾਇਆ, ਸਭ ਆਤਮਾਵਾਂ ਨੇ ਅੰਤ ਵਿੱਚ ਵਾਪਿਸ ਜਾਣਾ ਹੈ। ਸਭ ਆਤਮਾਵਾਂ ਸਰੀਰ ਛੱਡ ਚਲੀਆਂ ਜਾਣਗੀਆਂ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ, ਬਾਕੀ ਥੋੜੇ ਦਿਨ ਨੇ। ਹੁਣ ਅਸੀਂ ਫਿਰ ਤੋਂ ਸਤਜੁਗੀ ਦੁਨੀਆ ਵਿੱਚ ਆਵਾਂਗੇ। ਇਹ ਸਭ ਵਿਨਾਸ਼ ਹੋ ਜਾਣਾ ਹੈ। ਸਾਰੀਆਂ ਆਤਮਾਵਾਂ ਤਾਂ ਨਹੀਂ ਆਣਗੀਆਂ, ਸਿਰਫ ਅਸੀਂ ਹੀ ਆਵਾਂਗੇ। ਜੋ ਕਲਪ ਪਹਿਲੇ ਆਏ ਸੀ ਉਹੀ ਨੰਬਰਵਾਰ ਆਉਣਗੇ। ਉਹ ਵੀ ਚੰਗੀ ਤਰ੍ਹਾਂ ਪੜ੍ਹਾ ਕੇ ਫਿਰ ਪੜ੍ਹਾ ਰਹੇ ਨੇ। ਜੋ ਚੰਗਾ ਪੜ੍ਹਦੇ ਨੇ ਉਹੀ ਨੰਬਰਵਾਰ ਟ੍ਰਾਂਸਫਰ ਹੁੰਦੇ ਜਾਂਦੇ ਨੇ। ਤੁਸੀਂ ਵੀ ਟ੍ਰਾਂਸਫਰ ਹੁੰਦੇ ਹੋ। ਤੁਹਾਡੀ ਬੁੱਧੀ ਜਾਣਦੀ ਹੈ ਜੋ ਆਤਮਾਵਾਂ ਨੇ ਸਭ ਨੰਬਰਵਾਰ ਉੱਥੇ ਸ਼ਾਂਤੀ ਧਾਮ ਵਿੱਚ ਜਾ ਕੇ ਬੈਠਣਗੀਆਂ, ਫਿਰ ਨੰਬਰਵਾਰ ਆਉਂਦੀਆਂ ਰਹਿਣਗੀਆਂ। ਬਾਪ ਫਿਰ ਵੀ ਕਹਿੰਦੇ ਨੇ, ਮੂਲ ਗੱਲ ਹੈ ਬਾਪ ਦਾ ਪਰਿਚੈ ਦੇਣਾ। ਬਾਪ ਦਾ ਨਾਂ ਸਦਾ ਮੁਖ ਵਿੱਚ ਹੋਵੇ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਦੁਨੀਆ ਵਿੱਚ ਕੋਈ ਨਹੀਂ ਜਾਣਦੇ, ਭਾਵੇਂ ਗੀਤ ਗਾਉਂਦੇ ਨੇ। ਪ੍ਰਗਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ, ਬਸ ਜ਼ਿਆਦਾ ਕੁਝ ਨਹੀਂ ਸਮਝਦੇ। ਸੋ ਵੀ ਇਹ ਗਿਆਨ ਬਹੁਤ ਥੋੜਿਆਂ ਦੀ ਬੁੱਧੀ ਵਿੱਚ ਹੈ। ਘੜੀ ਘੜੀ ਭੁੱਲ ਜਾਂਦੇ ਨੇ। ਪਹਿਲੇ ਪਹਿਲੇ ਸਮਝਾਣਾ ਹੈ ਬਾਪ ਹੀ ਪਤਿਤ ਪਾਵਨ ਹੈ। ਵਰਸਾ ਵੀ ਦਿੰਦੇ ਨੇ, ਸ਼ਹਿਨਸ਼ਾਹ ਵੀ ਬਣਾਉਂਦੇ ਨੇ। ਤੁਹਾਡੇ ਕੋਲ ਗੀਤ ਵੀ ਨੇ। ਆਖਿਰ ਉਹ ਦਿਨ ਆਇਆ ਅੱਜ, ਜਿਸ ਦਾ ਰਸਤਾ ਭਗਤੀ ਮਾਰਗ ਵਿੱਚ ਬਹੁਤ ਤੱਕਦੇ ਸੀ। ਦੁਆਪਰ ਤੋਂ ਭਗਤੀ ਸ਼ੁਰੂ ਹੁੰਦੀ ਹੈ, ਫਿਰ ਅੰਤ ਵਿੱਚ ਬਾਪ ਆ ਕੇ ਰਸਤਾ ਦੱਸਦੇ ਨੇ। ਕਿਆਮਤ ਦਾ ਸਮੇਂ ਵੀ ਇਸ ਨੂੰ ਕਿਹਾ ਜਾਂਦਾ ਹੈ। ਆਸੁਰੀ ਬੰਧਨ ਦਾ ਸਭ ਹਿਸਾਬ ਕਿਤਾਬ ਚੁਕਤੂ ਕਰ ਵਾਪਸ ਚਲੇ ਜਾਂਦੇ ਨੇ। 84 ਜਨਮਾਂ ਦੇ ਪਾਠ ਨੂੰ ਸਿਰਫ ਤੁਸੀਂ ਜਾਣਦੇ ਹੋ। ਇਹ ਪਾਠ ਵੱਜਦਾ ਹੀ ਰਹਿੰਦਾ ਹੈ। ਸ਼ਿਵ ਜਯੰਤੀ ਮਨਾਉਂਦੇ ਨੇ ਤਾਂ ਜ਼ਰੂਰ ਸ਼ਿਵ ਆਇਆ ਹੋਏਗਾ ਨਾ, ਜ਼ਰੂਰ ਕੁਝ ਤਾਂ ਕੀਤਾ ਹੋਵੇਗਾ। ਉਹੀ ਆ ਕੇ ਨਵੀਂ ਦੁਨੀਆ ਬਣਾਉਂਦੇ ਨੇ। ਇਹ ਲక్ష్ਮੀ ਨਾਰਾਇਣ ਨਵੀਂ ਦੁਨੀਆ ਦੇ ਮਾਲਿਕ ਸੀ, ਹੁਣ ਨਹੀਂ ਹੈ। ਹੁਣ ਫਿਰ ਬਾਪ ਰਾਜਯੋਗ ਸਿਖਾਉਂਦੇ ਨੇ। ਇਹੀ ਰਾਜਯੋਗ ਸਿਖਾਇਆ ਸੀ। ਤੁਹਾਡੇ ਸਿਵਾਏ ਹੋਰ ਕਿਸੇ ਦੇ ਮੂੰਹ ਵਿੱਚ ਇਹ ਗੱਲਾਂ ਨਹੀਂ ਨਿਕਲ ਸਕਦੀਆਂ। ਤੁਸੀਂ ਹੀ ਸਮਝਾ ਸਕਦੇ ਹੋ ਕਿ ਸ਼ਿਵ ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਨੇ। ਸ਼ਿਵੋਹਮ ਦਾ ਜੋ ਉਚਾਰਨ ਕਰਦੇ ਨੇ ਉਹ ਵੀ ਰੋਂਗ ਹੈ। ਤੁਹਾਨੂੰ ਹੁਣ ਬਾਪ ਨੇ ਸਮਝਾਇਆ। ਤੁਸੀਂ ਚੱਕਰ ਲਗਾ ਕੇ ਬ੍ਰਾਹਮਣ ਕੁਲ ਤੋਂ ਦੇਵਤਾ ਕੁਲ ਵਿੱਚ ਆਉਂਦੇ ਹੋ। ਸੋਹਮ ਹਮਸੋ ਦਾ ਅਰਥ ਵੀ ਤੁਸੀਂ ਸਮਝਾ ਸਕਦੇ ਹੋ। ਹੁਣ ਤੁਸੀਂ ਬ੍ਰਾਹਮਣ ਫਿਰ ਦੇਵਤਾ ਬਣੋਗੇ। ਇਹ 84 ਦਾ ਚੱਕਰ ਹੈ। ਇਹ ਕੋਈ ਮੰਤਰ ਜਪਣ ਦਾ ਨਹੀਂ ਹੈ। ਬੁੱਧੀ ਵਿੱਚ ਅਰਥ ਰਹਿਣਾ ਚਾਹੀਦਾ ਹੈ। ਉਹ ਵੀ ਸੈਕਿੰਡ ਦੀ ਗੱਲ ਹੈ। ਜਿਵੇਂ ਬੀਜ ਤੇ ਝਾੜ ਸੈਕਿੰਡ ਵਿੱਚ ਸਾਰਾ ਧਿਆਨ ਵਿੱਚ ਆ ਜਾਂਦਾ ਹੈ, ਉਵੇਂ ਹਮਸੋ ਦਾ ਰਾਜ ਵੀ ਸੈਕਿੰਡ ਵਿੱਚ ਆ ਜਾਂਦਾ ਹੈ।
ਅਸੀਂ ਐਵੇਂ ਚੱਕਰ ਲਗਾਉਂਦੇ ਹਾਂ, ਜਿਸ ਨੂੰ ਸਵਦਰਸ਼ਨ ਚੱਕਰ ਕਿਹਾ ਜਾਂਦਾ ਹੈ। ਤੁਸੀਂ ਕਿਸੇ ਨੂੰ ਕਹੋ ਅਸੀਂ ਸਵਦਰਸ਼ਨ ਚੱਕਰਧਾਰੀ ਹਾਂ, ਕੋਈ ਮੰਨੇਗਾ ਨਹੀਂ। ਕਹਿਣਗੇ ਇਹ ਤਾਂ ਸਭ ਆਪਣੇ ਉੱਪਰ ਹੀ ਟਾਈਟਲ ਰੱਖਦੇ ਨੇ। ਫਿਰ ਤੁਸੀਂ ਸਮਝਾਓਗੇ ਕਿ ਅਸੀਂ 84 ਜਨਮ ਕਿਵੇਂ ਲੈਂਦੇ ਹਾਂ, ਇਹ ਚੱਕਰ ਕਿਵੇਂ ਫਿਰਦਾ ਹੈ। ਆਤਮਾ ਨੂੰ ਆਪਣੇ 84 ਜਨਮਾਂ ਦਾ ਦਰਸ਼ਨ ਹੁੰਦਾ ਹੈ। ਇਸ ਨੂੰ ਹੀ ਸਵਦਰਸ਼ਨ ਚੱਕਰਧਾਰੀ ਕਿਹਾ ਜਾਂਦਾ ਹੈ। ਪਹਿਲੇ ਤਾਂ ਸੁਣ ਕੇ ਚਮਕ ਜਾਂਦੇ ਨੇ, ਇਹ ਫਿਰ ਕੀ ਗਪੋੜਾ ਲਗਾਉਂਦੇ ਨੇ। ਜਦ ਤੁਸੀਂ ਬਾਪ ਦਾ ਪਰਿਚੈ ਦਿਓਗੇ, ਉਹਨਾਂ ਨੂੰ ਗਪੋੜਾ ਨਹੀਂ ਲੱਗੇਗਾ। ਬਾਪ ਨੂੰ ਯਾਦ ਕਰਦੇ ਨੇ, ਗਾਉਂਦੇ ਵੀ ਨੇ ਬਾਬਾ ਜਦ ਤੁਸੀਂ ਆਓਗੇ ਅਸੀਂ ਤੁਹਾਡੇ ਤੇ ਵਾਰੀ ਜਾਵਾਂਗੇ, ਤੁਹਾਨੂੰ ਹੀ ਯਾਦ ਕਰਾਂਗੇ। ਬਾਪ ਕਹਿੰਦੇ ਨੇ ਤੁਸੀਂ ਕਹਿੰਦੇ ਸੀ ਨਾ, ਉਹੀ ਗੱਲ ਤੁਹਾਨੂੰ ਯਾਦ ਦਿਵਾਉਂਦਾ ਹਾਂ। ਨਸ਼ਟੋ ਮੋਹਾ ਹੋ ਜਾਓ, ਇਸ ਦੇਹ ਤੋਂ ਵੀ ਨਸ਼ਟੋ ਮੋਹਾ ਹੋ ਜਾਓ। ਆਪਣੇ ਆਪ ਨੂੰ ਆਤਮਾ ਸਮਝ ਸਿਰਫ ਮੈਨੂੰ ਯਾਦ ਕਰੋ, ਤਾਂ ਹੀ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਇਹ ਮਿੱਠੀ ਗੱਲ ਸਭ ਨੂੰ ਪਸੰਦ ਆਵੇਗੀ। ਬਾਪ ਦਾ ਪਰਿਚੈ ਨਹੀਂ ਹੋਵੇਗਾ, ਫਿਰ ਕਿਸੇ ਨਾ ਕਿਸੇ ਗੱਲ ਵਿੱਚ ਸੰਸ਼ੈ ਉਠਾਉਂਦੇ ਰਹਿਣਗੇ। ਇਸ ਲਈ ਪਹਿਲੇ ਤਾਂ 2-3 ਚਿੱਤਰ ਅੱਗੇ ਰੱਖ ਦੋ ਜਿਸ ਵਿੱਚ ਬਾਪ ਦਾ ਪਰਿਚੈ ਹੋਵੇ। ਬਾਪ ਦਾ ਪਰਿਚੈ ਮਿਲਣ ਨਾਲ ਵਰਸੇ ਦਾ ਵੀ ਮਿਲ ਜਾਏਗਾ। ਬਾਪ ਕਹਿੰਦੇ ਨੇ ਮੈਂ ਤੁਹਾਨੂੰ ਆ ਕੇ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਇਹ ਚਿੱਤਰ ਬਣਾਓ। ਡਬਲ ਸਿਰਤਾਜ ਰਾਜਾ ਦੇ ਅੱਗੇ ਸਿੰਗਲ ਤਾਜ ਵਾਲੇ ਮੱਥਾ ਟੇਕ ਰਹੇ ਨੇ। ਆਪੇ ਹੀ ਪੂਜੇ, ਆਪੇ ਹੀ ਪੁਜਾਰੀ ਦਾ ਰਾਜ ਸਮਝ ਵਿੱਚ ਆ ਜਾਵੇ। ਪਹਿਲੇ ਬਾਪ ਦੀ ਬੈਠ ਪੂਜਾ ਕਰਦੇ ਨੇ, ਫਿਰ ਆਪਣੇ ਹੀ ਚਿੱਤਰਾਂ ਦੀ ਬੈਠ ਪੂਜਾ ਕਰਦੇ ਨੇ। ਜੋ ਪਾਵਨ ਹੋ ਕੇ ਗਏ ਉਹਨਾਂ ਦਾ ਚਿੱਤਰ ਬਣਾ ਕੇ ਬੈਠ ਪੂਜਦੇ ਨੇ। ਇਹ ਵੀ ਤੁਹਾਨੂੰ ਗਿਆਨ ਮਿਲਿਆ ਹੈ। ਅੱਗੇ ਤਾਂ ਰੱਬ ਦੇ ਲਈ ਕਹਿ ਦਿੰਦੇ ਸੀ, ਆਪੇ ਪੂਜੇ ਆਪੇ ਪੁਜਾਰੀ। ਹੁਣ ਤੁਹਾਨੂੰ ਸਮਝਾਇਆ ਗਿਆ ਹੈ, ਤੁਸੀਂ ਹੀ ਇਸ ਚੱਕਰ ਵਿੱਚ ਆਉਂਦੇ ਹੋ। ਬੁੱਧੀ ਵਿੱਚ ਇਹ ਨੌਲੇਜ ਹਮੇਸ਼ਾ ਰਹਿੰਦੀ ਹੈ। ਫਿਰ ਸਮਝਾਣਾ ਵੀ ਹੈ, ਧਨ ਦਿੱਤੇ ਧਨ ਨਾ ਖੁੱਟੇ। ਜੋ ਧਨ ਦਾਨ ਨਹੀਂ ਕਰਦੇ ਉਹਨਾਂ ਨੂੰ ਮਨਹੂਸ ਕਹਿੰਦੇ ਨੇ। ਬਾਪ ਨੇ ਜੋ ਸਮਝਾਇਆ ਉਹ ਦੂਜਿਆਂ ਨੂੰ ਵੀ ਸਮਝਾਣਾ ਹੈ। ਨਹੀਂ ਸਮਝੋਗੇ ਤਾਂ ਮੁਫਤ ਆਪਣੇ ਆਪ ਨੂੰ ਘਾਟਾ ਪਾਓਗੇ। ਗੁਣ ਵੀ ਧਾਰਨ ਨਹੀਂ ਹੋਣਗੇ, ਚਲਨ ਵੀ ਅਜਿਹੀ ਹੋ ਜਾਏਗੀ। ਹਰ ਇੱਕ ਆਪਣੇ ਆਪ ਨੂੰ ਸਮਝ ਤਾਂ ਸਕਦੇ ਹੋ ਨਾ। ਤੁਹਾਨੂੰ ਹੁਣ ਸਮਝ ਮਿਲੀ ਹੈ, ਬਾਕੀ ਸਭ ਨੇ ਬੇਸਮਝ। ਤੁਸੀਂ ਸਭ ਕੁਝ ਜਾਣਦੇ ਹੋ। ਬਾਪ ਕਹਿੰਦੇ ਨੇ ਇਸ ਤਰਫ ਹੈ ਦੇਵੀ ਸੰਪਰਦਾਇ, ਉਸ ਤਰਫ ਹੈ ਆਸੁਰੀ ਸੰਪਰਦਾਇ। ਬੁੱਧੀ ਤੋਂ ਤੁਸੀਂ ਜਾਣਦੇ ਹੋ। ਹੁਣ ਅਸੀਂ ਸੰਗਮ ਯੁੱਗ ਤੇ ਹਾਂ। ਇੱਕ ਹੀ ਘਰ ਵਿੱਚ ਇੱਕ ਸੰਗਮ ਯੁੱਗ ਦਾ, ਇੱਕ ਕਲਯੁਗ ਦਾ, ਦੋਨੋਂ ਇਕੱਠੇ ਰਹਿੰਦੇ ਨੇ। ਫਿਰ ਵੇਖਿਆ ਜਾਂਦਾ ਹੈ ਹੰਸ ਬਣਨ ਲਾਇਕ ਨਹੀਂ ਤਾਂ ਯੁਕਤੀ ਰਚੀ ਜਾਂਦੀ ਹੈ, ਨਹੀਂ ਤਾਂ ਵਿਘਨ ਪਾਉਂਦੇ ਰਹਿਣਗੇ। ਕੋਸ਼ਿਸ਼ ਕਰਨੀ ਹੈ ਆਪ ਸਮਾਨ ਬਣਾਉਣ ਦੀ, ਨਹੀਂ ਤਾਂ ਤੰਗ ਕਰਦੇ ਰਹਿਣਗੇ। ਫਿਰ ਯੁਕਤੀ ਨਾਲ ਕਿਨਾਰਾ ਕਰਨਾ ਪੈਂਦਾ ਹੈ, ਵਿਘਨ ਤਾਂ ਪੈਣਗੇ ਹੀ। ਅਜਿਹੀ ਨੌਲੇਜ ਤੁਸੀਂ ਹੀ ਦਿੰਦੇ ਹੋ। ਮਿੱਠਾ ਵੀ ਬਹੁਤ ਬੰਨਾ ਹੈ, ਨਸ਼ਟੋ ਮੋਹਾ ਵੀ ਹੋਣਾ ਪਵੇ। ਇੱਕ ਵਿਕਾਰ ਨੂੰ ਛੱਡਿਆ ਫਿਰ ਹੋਰ ਵਿਕਾਰ ਖਿਟਖਿਟ ਮਚਾਉਂਦੇ ਰਹਿਣਗੇ। ਸਮਝਾਇਆ ਜਾਂਦਾ ਹੈ ਜੋ ਕੁਝ ਹੁੰਦਾ ਹੈ ਕਲਪ ਪਹਿਲੇ ਮੁਆਫਿਕ। ਐਵੇਂ ਸਮਝ ਸ਼ਾਂਤ ਰਹਿਣਾ ਪੈਂਦਾ ਹੈ। ਭਾਵੀ ਸਮਝੀ ਜਾਂਦੀ ਹੈ। ਚੰਗੇ ਚੰਗੇ ਸਮਝਾਉਣ ਵਾਲੇ ਬੱਚੇ ਵੀ ਡਿੱਗ ਪੈਂਦੇ ਨੇ, ਬੜੀ ਜ਼ੋਰ ਨਾਲ ਚਮਾਟ ਖਾ ਲੈਂਦੇ ਨੇ। ਫਿਰ ਕਿਹਾ ਜਾਂਦਾ ਕਲਪ ਪਹਿਲੇ ਵੀ ਚਮਾਟ ਖਾਈ ਹੋਵੇਗੀ। ਹਰ ਇੱਕ ਆਪਣੇ ਅੰਦਰ ਵਿੱਚ ਸਮਝ ਸਕਦੇ ਨੇ। ਲਿਖਦੇ ਨੇ ਬਾਬਾ ਅਸੀਂ ਗੁੱਸੇ ਵਿੱਚ ਆ ਗਏ, ਫਲਾਣੇ ਨੂੰ ਮਾਰਿਆ, ਇਹ ਭੁੱਲ ਹੋ ਗਈ। ਬਾਪ ਸਮਝਾਉਂਦੇ ਨੇ ਜਿੰਨਾ ਹੋ ਸਕੇ ਕੰਟਰੋਲ ਕਰੋ। ਕਿਵੇਂ ਕਿਵੇਂ ਦੇ ਮਨੁੱਖ ਨੇ, ਅਬਲਾਵਾਂ ਤੇ ਕਿੰਨੇ ਅਤਿਆਚਾਰ ਕਰਦੇ ਨੇ। ਪੁਰਸ਼ ਬਲਵਾਨ ਹੁੰਦੇ ਨੇ, ਇਸਤਰੀ ਅਬਲਾ ਹੁੰਦੀ ਹੈ। ਬਾਪ ਫਿਰ ਤੁਹਾਨੂੰ ਇੱਕ ਗੁਪਤ ਲੜਾਈ ਸਿਖਾਉਂਦੇ ਨੇ ਜਿਸ ਨਾਲ ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ। ਇਹ ਲੜਾਈ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ, ਤੁਹਾਡੇ ਵਿੱਚ ਨੰਬਰਵਾਰ ਨੇ ਜੋ ਸਮਝ ਸਕਦੇ ਨੇ। ਇਹ ਹੈ ਬਿਲਕੁਲ ਨਵੀਂ ਗੱਲ। ਹੁਣ ਤੁਸੀਂ ਪੜ ਰਹੇ ਹੋ ਸੁੱਖ ਧਾਮ ਦੇ ਲਈ। ਇਹ ਵੀ ਹੁਣ ਯਾਦ ਹੈ ਫਿਰ ਭੁੱਲ ਜਾਊਗਾ। ਮੂਲ ਗੱਲ ਹੈ ਯਾਦ ਦੀ ਯਾਤਰਾ। ਯਾਦ ਨਾਲ ਹੀ ਅਸੀਂ ਪਾਵਨ ਬਣ ਜਾਵਾਂਗੇ। ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁਕਤਸਾਰ। ਪਹਿਲੀ ਧਾਰਨਾ ਹੈ ਕੁਝ ਵੀ ਹੁੰਦਾ ਹੈ ਭਾਵੀ ਸਮਝ ਸ਼ਾਂਤ ਰਹਿਣਾ ਹੈ, ਗੁੱਸਾ ਨਹੀਂ ਕਰਨਾ ਹੈ।
जिन्ना हो सके अपने आप ਨੂੰ ਕੰਟਰੋਲ ਕਰਨਾ ਹੈ। ਯੁਕਤੀ ਰਚ ਆਪ ਸਮਾਨ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਦੂਜਾ, ਬਹੁਤ ਪਿਆਰ ਤੇ ਨਮਰਤਾ ਨਾਲ ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਸਭ ਨੂੰ ਇਹ ਮਿੱਠੀ ਮਿੱਠੀ ਗੱਲ ਸੁਣਾਓ ਕਿ ਬਾਪ ਕਹਿੰਦੇ ਨੇ, ਆਪਣੇ ਆਪ ਨੂੰ ਆਤਮਾ ਸਮਝ, ਸਿਰਫ ਮੈਨੂੰ ਯਾਦ ਕਰੋ, ਇਸ ਦੇਹ ਤੋਂ ਨਸ਼ਟੋ ਮੋਹਾ ਹੋ ਜਾਓ। ਵਰਦਾਨ ਹੈ, ਨਿਮਰਤਾ ਰੂਪੀ ਕਵਚ ਦੁਆਰਾ ਵਿਅਰਥ ਦੇ ਰਾਵਣ ਨੂੰ ਜਲਾਉਣ ਵਾਲੇ ਸੱਚੇ ਸਨੇਹੀ ਸਹਿਯੋਗੀ ਭਵ। ਨਿਮਰਤਾ ਰੂਪੀ ਕਵਚ ਦੁਆਰਾ ਵਿਅਰਥ ਦੇ ਰਾਵਣ ਨੂੰ ਜਲਾਉਣ ਵਾਲੇ ਸੱਚੇ ਸਨੇਹੀ ਸਹਿਯੋਗੀ ਭਵ। ਕੋਈ ਕਿੰਨਾ ਵੀ ਤੁਹਾਡੇ ਸੰਗਠਨ ਵਿੱਚ ਕਮੀ ਲੱਭਣ ਦੀ ਕੋਸ਼ਿਸ਼ ਕਰੇ, ਪਰ ਜ਼ਰਾ ਵੀ ਸੰਸਕਾਰ ਸੁਭਾਵ ਦਾ ਟੱਕਰ ਵਿਖਾਈ ਨਾ ਦੇਵੇ। ਜੋ ਕੋਈ ਗਾਲੀ ਵੀ ਦੇਵੇ, ਇਨਸਲਟ ਵੀ ਕਰੇ, ਤੁਸੀਂ ਸੇਂਟ ਬਣ ਜਾਓ, ਸੰਤ ਬਣ ਜਾਓ। ਜੇ ਕੋਈ ਰੋਂਗ ਵੀ ਕਰਦਾ, ਤੁਸੀਂ ਰਾਈਟ ਕਰੋ। ਕੋਈ ਟੱਕਰ ਲੈਂਦਾ, ਤੁਸੀਂ ਉਸਨੂੰ ਸਨੇਹ ਦਾ ਪਾਣੀ ਦਿਓ। ਇਹ ਕਿਉਂ, ਐਵੇਂ ਕਿਉਂ? ਇਹ ਸੰਕਲਪ ਕਰਕੇ ਅੱਗ ਤੇ ਤੇਲ ਨਾ ਪਾਓ। ਨਿਮਰਤਾ ਦਾ ਕਵਚ ਪਾ ਕੇ ਰਹੋ। ਜਿੱਥੇ ਨਿਮਰਤਾ ਹੋਵੇਗੀ, ਉੱਥੇ ਸਨੇਹ ਤੇ ਸਹਿਯੋਗ ਵੀ ਜ਼ਰੂਰ ਹੋਵੇਗਾ। ਸਲੋਗਨ ਹੈ, ਮੇਰੇਪਨ ਦੀਆਂ ਅਨੇਕ ਹੱਦ ਦੀਆਂ ਭਾਵਨਾਵਾਂ ਇੱਕ ਮੇਰੇ ਬਾਬਾ ਵਿੱਚ ਸਮਾ ਦਿਓ। ਮੇਰੇਪਨ ਦੀਆਂ ਅਨੇਕ ਹੱਦ ਦੀਆਂ ਭਾਵਨਾਵਾਂ ਇੱਕ ਮੇਰੇ ਬਾਬਾ ਵਿੱਚ ਸਮਾ ਦਿਓ। ਅੱਛਾ, ਓਮ ਸ਼ਾਂਤੀ।